संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। जीवन कौतक संत बाबा महाहरनाम सिंह जी महाराज, डेरा रूमी वाला, भुच्चो कला, जिला बठिंडा। भाग 9वां। साध जना की अचरज कथा। असीसां बाबा खेम सिंह जी। प्रकाशक बाबा सुखदेव सिंह जी, मौजूदा महापुरख। भाणे उजड़ भाणे राहा, भाणे हरगुण गुरमुख गवाहा। खाली ਨੂੰ ਭਰ ਦੇਣਾ ਅਤੇ ਭਰੇ ਨੂੰ ਖਾਲੀ ਕਰ ਦੇਣਾ। ਵਸਦੀ ਨੇ ਉੱਜੜ ਜਾਣਾ, ਉਜਾੜਾਂ ਵਿੱਚ ਸ਼ਹਿਰ ਨਗਰ ਵਸ ਜਾਣੇ। ਅਣਹੋਣੀ ਨੂੰ ਹੋਣੀ ਕਰ ਦੇਣਾ, ਸਭ ਉਸ ਦੀ ਰਜਾ ਵਿੱਚ ਹੈ। ਮਹਾਂਪੁਰਖ ਸਭ ਕੁਝ ਜਾਣ ਕੇ ਉਸ ਵਾਹਿਗੁਰੂ ਦਾ ਰੰਗ ਸਮਝ ਕੇ ਆਨੰਦ ਵਿੱਚ ਰਹਿੰਦੇ ਹਨ। ਮਹਾਰਾਣੀ ਦਲੀਪ ਕੌਰ ਨੇ ਬਾਬਾ ਜੀ ਤੋਂ ਹੁਕਮ ਲੈ ਕੇ ਕੋਠੀ ਦੀ ਤਿਆਰੀ ਕਰਾਈ। ਰਜਾ ਦੇ ਮਾਲਕ ਬਾਬਾ ਮਹਾਹਰਨਾਮ ਸਿੰਘ ਜੀ ਮਹਾਰਾਜ ਨੇ ਉਸ ਕੋਠੀ ਵਿੱਚ ਆਪਣੇ ਪਵਿੱਤਰ ਚਰਨ ਨਹੀਂ ਪਾਏ। ਸਾਰੀ ਮੁਕੰਮਲ ਹੋਣ ਉਪਰੰਤ ਜਿਸ ਸਮੇਂ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਚਰਨ ਪਾਓ, ਹਜੂਰ ਨੇ ਬਚਨ ਕੀਤਾ, ਅਸੀਂ ਚਰਨ ਨਹੀਂ ਪਾਉਣੇ। ਹਾਕੂ ਚਰਨ ਪਾ ਗਿਆ ਹੈ। ਇਹ ਬਚਨ ਅੱਜ ਤੱਕ ਕਿਸੇ ਦੇ ਸਮਝ ਵਿੱਚ ਨਹੀਂ ਆ ਸਕਿਆ ਕਿ ਅਸਲੀਅਤ ਕੀ ਹੈ। ਫਿਰ ਸਹਿਜ ਸੁਭਾਅ ਬਚਨ ਕਰਨੇ ਕਿ ਇਸ ਕੋਠੀ ਵਿੱਚ ਕਬੂਤਰ ਬੋਲਣਗੇ। ਇਹ ਬਚਨ ਵੀ ਸੱਤ ਹੋ ਚੁੱਕੇ ਹਨ। ਬਾਬਾ ਨਰੈਣ ਸਿੰਘ ਜੀ ਮਹਿਣੀਆਂ ਵਾਲਿਆਂ ਦੇ ਸਮੇਂ ਵਿੱਚ, ਉਪਰੰਤ ਸੰਤ ਈਸਰ ਸਿੰਘ ਜੀ ਰੋੜੀ ਢੰਡਾਲ ਵਾਲਿਆਂ ਦੇ ਸਮੇਂ ਵਿੱਚ, ਜਦੋਂ ਵੀ ਕਿਸੇ ਨੇ ਬੇਨਤੀ ਕਰਨੀ, ਮਹਾਰਾਜ ਜੇ ਇੱਥੇ ਕਬੂਤਰ ਬੋਲੇ ਤਾਂ ਫਿਰ ਕੀ ਬਣੇਗਾ। ਫਿਰ ਬਚਨ ਕਰਨਾ ਕਬੂਤਰ ਬੋਲਣਗੇ। ਫਿਰ ਕਿਸੇ ਸਮੇਂ ਅਖੰਡ ਪਾਠ ਵੀ ਹੋਣਗੇ। ਅੱਜ ਉਹ ਬਚਨ ਪ੍ਰਤੱਖ ਵਰਤ ਰਹੇ ਹਨ ਅਤੇ ਕੱਚੇ ਗੁਰੂ ਬਾਬਤ ਬਾਣੀ ਵਿੱਚ ਫਰਮਾਨ ਹੈ, ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਜਾਤੇ ਭਰਮ ਨਾ ਜਾਏ। आप डूबे चौ बेद में, चेले दिए बहाए। सो बूझे जिस आप बुझाए। ਹੁਣ ਬਾਬਾ ਜੀ ਦੇ ਪ੍ਰਸੰਗ ਵੱਲ ਧਿਆਨ ਕਰੀਏ। ਬੰਦਾ ਕਦੇ ਕਿਸੇ ਰੱਬੀ ਪ੍ਰੇਰਨਾ ਵਿੱਚ ਆ ਕੇ ਪੁੰਨ ਕਰ ਦਿੰਦਾ ਹੈ, ਉਸ ਉੱਤੇ ਖਰਚ ਵੀ ਕਰ ਦਿੰਦਾ ਹੈ। ਉਪਰੰਤ ਕਈ ਵਾਰ ਖਰਚ ਲੋੜ ਤੋਂ ਵੱਧ ਹੋਣ ਕਰਕੇ ਮਨ ਵਿੱਚ ਖਿਆਲ ਹੁੰਦਾ ਹੈ, ਮੈਂ ਇਤਨਾ ਖਰਚ ਨਹੀਂ ਸੀ ਕਰਨਾ। ਜੇ ਮੈਂ ਇਤਨਾ ਖਰਚ ਨਾ ਕਰਦਾ ਤਾਂ ਅੱਜ ਮੇਰਾ ਹੱਥ ਤੰਗ ਨਾ ਹੁੰਦਾ। ਦੁਨੀਆਦਾਰੀ ਵਿੱਚ ਬੰਦਾ ਕਿਤਨਾ ਵੀ ਖਰਚ ਕਰ ਦੇਵੇ, ਖਿਆਲ ਨਹੀਂ ਆਉਂਦਾ, ਪਰੰਤੂ ਇਹ ਖਿਆਲ ਪਰਮੇਸ਼ਰ ਨਿਮਿਤ ਖਰਚ ਕਰਕੇ ਜ਼ਰੂਰ ਆਉਂਦਾ ਹੈ। ਜੇ ਕਾਮਿਲ ਮਹਾਂਪੁਰਖ ਦੇ ਹੁਕਮ ਨਾਲ ਕਰੇ ਤਾਂ ਇਹ ਸੰਸਾ ਮਿਟਾ ਵੀ ਦਿੰਦੇ ਹਨ। ਇਸ ਮੰਦਰ ਉੱਤੇ ਜੋ ਡੇਰਾ ਬਾਬਾ ਰੂਮੀ ਵਿੱਚ ਬਣਿਆ ਹੈ, ਜਿਸ ਨੂੰ ਕੋਠੀ ਕਹਿੰਦੇ ਹਨ, ਉਸ ਸਮੇਂ 16,000 ਤੋਂ ਕੁਝ ਵੱਧ ਖਰਚ ਆਏ ਸਨ। ਸੰਨ 1918-19 ਦੇ ਕਰੀਬ ਇਹ ਮੁਕੰਮਲ ਹੋਈ। ਇਸ ਸਮੇਂ ਤੇ ਉਸ ਸਮੇਂ ਦੇ ਖਰਚ ਦਾ ਅੰਦਾਜ਼ਾ ਲਗਾ ਲਵੋ ਕਿਤਨਾ ਫਰਕ ਹੈ। ਬਾਬਾ ਮਹਾਹਰਨਾਮ ਸਿੰਘ ਜੀ ਦੇ ਸਮੇਂ ਹਜੂਰ ਇਸ ਢੰਗ ਨਾਲ ਸੰਸਾਰ ਵਿੱਚ ਰਹੇ
ਕਿ ਸੇਵਕਾਂ ਦੇ ਮਨ ਵਿੱਚ ਸੰਸਾ ਆਉਣ ਹੀ ਨਹੀਂ ਦਿੱਤਾ। ਸਭ ਨੂੰ ਹੁਕਮ ਸੀ, ਜੇ ਕੋਈ ਸੰਸਾ ਭਰਮ ਪਵੇ ਤਾਂ ਪ੍ਰਤੱਖ ਦੱਸੇ, ਪੁੱਛ ਲਿਆ ਕਰੋ। ਜੇ ਕੋਈ ਸੰਸਾ ਭਰਮ ਹੋਇਆ ਤਤਕਾਲ ਹੀ ਉਸ ਦੀ ਨਿਵਰਤੀ ਕਰ ਦਿੱਤੀ। ਇੱਕ ਸਮੇਂ ਰਾਣੀ ਦਲੀਪ ਕੌਰ ਦੇ ਮਨ ਵਿੱਚ ਕੋਈ ਸੰਸਾ ਆਇਆ। ਉਸਨੇ ਸੁਪਨੇ ਵਿੱਚ ਦ੍ਰਿਸ਼ਟਾਂਤ ਵੇਖਿਆ। ਉਪਰੰਤ ਰਾਣੀ ਦਰਸ਼ਨ ਕਰਨ ਆਈ। ਉਸਨੇ ਬਾਬਾ ਜੀ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਇਹ ਕੁਝ ਵੇਖਿਆ ਹੈ। ਸੁਣਨ ਤੋਂ ਬਾਅਦ ਬਾਬਾ ਜੀ ਨੇ ਬਚਨ ਕੀਤਾ, ਬੀਬੀ ਜੋ ਕੁਝ ਤੂੰ ਵੇਖਿਆ ਹੈ ਉਹ ਸਭ ਕੁਝ ਠੀਕ ਹੈ। ਤੇਰੀ ਸੇਵਾ ਦਾ ਫਲ ਜੋ ਹੈ ਉਹ ਕੁਝ ਇਸ ਤਰ੍ਹਾਂ ਹੀ ਹੈ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮਹਿ ਵਾਸੇ ਭਗਤ ਪਿਆਰੇ। ਬੀਬੀ ਦੁਨੀਆ ਵਿੱਚ ਲੋਕ ਕਹਿੰਦੇ ਹਨ 10 ਇੱਥੇ ਅਤੇ 70 ਅੱਗੇ। ਗੁਰੂ ਨਾਨਕ ਦੇ ਘਰ ਵਿੱਚ ਤਾਂ ਭਵਾਨੀ ਭਗਤ ਭਾਏ ਕੌਡੀ, ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੂੰ ਜੋ ਕੁਝ ਸੇਵਾ ਕੀਤੀ ਹੈ ਨਿਸਕਾਮ ਹੋ ਕੇ ਕੀਤੀ ਹੈ। ਤੇਰੀ ਸੇਵਾ ਦਾ ਫਲ ਤੈਨੂੰ ਗੁਰੂ ਨਾਨਕ ਨੇ ਵਿਖਾ ਦਿੱਤਾ ਹੈ। ਤੂੰ ਅੱਗੇ ਦਾ ਫਿਕਰ ਨਾ ਕਰ। ਬਾਬਾ ਜੀ ਨੂੰ ਪ੍ਰਸੰਨ ਵੇਖ ਕੇ ਮਹਾਰਾਣੀ ਨੇ ਮਹਾਰਾਜੇ ਨੂੰ ਦਰਸ਼ਨ ਦੇਣ ਦੀ ਥੋੜ੍ਹੀ ਜਿਹੀ ਬੇਨਤੀ ਕੀਤੀ। ਬਾਬਾ ਜੀ ਨੇ ਉੱਥੇ ਹੀ ਰੋਕ ਦਿੱਤਾ ਕਿ ਉਸ ਦੀ ਅਜੇ ਕੋਈ ਲੋੜ ਨਹੀਂ। ਆਏ ਅਨੇਕ ਜਨਮ ਭਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ। ਤੁਲਸੀਦਾਸ ਜੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਮੁਖ ਤੋਂ ਉਚਾਰਿਆ ਹੋਇਆ ਕਥਨ ਇਉਂ ਦੱਸਿਆ ਹੈ, ਜਾਂ ਪਰ ਅਤੀ ਕਿਰਪਾ ਮੈਂ ਕਰ ਹੂੰ, ਤਾਂ ਕਾ ਸੁਖ ਸੰਪਤ ਸਭ ਹਰ ਹੂੰ। ਸੰਸਾਰ ਵਿੱਚ ਬੰਦੇ ਉੱਪਰ ਬੜੇ ਦੁੱਖ ਆਉਂਦੇ ਹਨ। ਦੁੱਖਾਂ ਵਿੱਚ ਬੰਦਾ ਦੁਖੀ ਹੋ ਕੇ ਹਰ ਗਲਤ ਕੰਮ ਕਰਦਾ ਹੈ, ਜਿਸ ਦਾ ਨਤੀਜਾ ਦੁੱਖ ਹੀ ਦੁੱਖ ਹੁੰਦਾ ਹੈ। ਪਰੰਤੂ ਕੋਈ ਪੂਰਬਲਾ ਪੁੰਨ ਜਾਗ ਪਵੇ ਤਾਂ ਦੁੱਖ ਵੇਲੇ ਬਾਣੀ ਵਿੱਚ ਮਨ ਲੱਗਦਾ ਹੈ, ਜਾਂ ਮਿਲਦੀ ਹੈ ਨਾਮ ਰਸੀਏ ਮਹਾਂਪੁਰਖ ਦੀ ਸੰਗਤ। ਇਸ ਤਰ੍ਹਾਂ ਦੁੱਖ ਦਾਰੂ ਸੁਖ ਰੋਗ ਪਿਆ, ਤੇ ਫਿਰ ਕਿਰਪਾ ਹੀ ਕਿਰਪਾ ਹੈ। ਬਖਸ਼ਿਸ਼ਾਂ ਦੇ ਭੰਡਾਰ ਖੁੱਲ੍ਹ ਜਾਂਦੇ ਹਨ। ਇੱਕ ਸਮੇਂ ਭਾਈ ਰਤਨ ਸਿੰਘ ਡਰੋਲੀ ਅਤੇ ਉਹਨਾਂ ਦੀ ਸੁਪਤਨੀ ਮਾਈ ਜੈ ਕੌਰ, ਦੋਵੇਂ ਪਤੀ ਪਤਨੀ ਸ੍ਰੀ ਹਜ਼ੂਰ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚਰਨ ਸ਼ਰਨ ਆਏ। ਆਪਣੀ ਮਰਿਆਦਾ ਅਨੁਸਾਰ ਨਾਮ ਗੋਤ ਨਾਨਕੇ ਦਾਦਕੇ ਪੁੱਛ ਕੇ ਹੁਕਮ ਹੋਇਆ ਕਿ ਇੱਕ ਇੱਕ ਬੋਰੀ ਦੇ ਦਿਓ ਤੇ ਉਸ ਵਣ ਦੇ ਹੇਠ ਆਸਣ ਕਰਾ ਦਿਓ। ਉਪਰੰਤ ਕੇਸਰ ਸਿੰਘ ਨੇ ਬਚਨ ਕੀਤਾ ਕਿ ਮਹਾਰਾਜ ਇਹ ਸਿੱਖ ਤਾਂ ਉਹ ਹੈ ਜਿਹੜਾ ਕਈ ਸਾਲ ਹੋਏ ਆਇਆ ਸੀ ਤੇ ਫਿਰ ਚੋਰੀ ਭੱਜ ਗਿਆ ਸੀ। ਉੱਤਰ ਵਿੱਚ ਬਾਬਾ ਜੀ ਨੇ ਬਚਨ ਕੀਤਾ, ਕੇਸਰਾ ਉਦੋਂ ਇਹ ਇਕੱਲਾ ਹੀ ਸੀ, ਹੁਣ ਇਹ ਘਰ ਜਾ ਕੇ ਤੇ ਵਿਆਹ ਕਰਾ ਕੇ 1 ਤੋਂ 2 ਹੋ ਕੇ ਆਏ ਹਨ। ਇਸ ਦੇ ਘਰ ਵਾਲੀ ਨੇ ਨਾਲ ਹੋ ਕੇ ਸੇਵਾ ਕਰਨੀ ਸੀ ਤਾਂ ਇਹ ਭੱਜ ਗਿਆ ਸੀ, ਹੁਣ ਸੁੱਧ ਹੈ। ਤੇ ਫਿਰ ਭਾਈ ਰਤਨ ਸਿੰਘ ਤੇ ਇਸ ਦੇ ਘਰ ਵਾਲੀ ਦੇ ਪ੍ਰਸ਼ਾਦ ਵੱਲ ਵੇਖ ਕੇ ਬਚਨ ਕੀਤਾ, ਤੇਰਾ ਪ੍ਰਸਾਦ ਸ਼ੰਕਰਾਪੁਰੀ ਨੇ ਕਿਉਂ ਮੋੜਿਆ? ਤੈਨੂੰ ਪਤਾ ਹੈ ਤੂੰ ਸਾਡਾ ਬੰਦਾ ਹੈ, ਸਾਡਾ ਤੇਰਾ ਪੁਰਾਣਾ ਸੰਬੰਧ, ਉਹ ਤੇਰਾ ਪ੍ਰਸਾਦ ਕਿਵੇਂ ਲੈ ਸਕਦਾ ਸੀ? ਉਸਨੇ ਉਸ ਵੇਲੇ ਹੀ ਸਾਡਾ ਨਾਮ ਲੈ ਕੇ ਤੈਨੂੰ ਭੁੱਲੀ ਹੋਈ ਗੱਲ ਯਾਦ ਕਰਾਈ ਤਾਂ ਤੂੰ ਇੱਥੇ ਆਇਆ।
ਉਪਰੰਤ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਦਾ ਹੁਕਮ ਹੋਇਆ। ਜਿੱਥੇ ਕਿੱਥੇ ਕਿਸੇ ਨੂੰ ਆਰਾਮ ਕਰਨ ਦਾ ਹੁਕਮ ਹੋਇਆ, ਸਭ ਨੇ ਆਰਾਮ ਕੀਤਾ। ਉਪਰੰਤ 2 ਸਾਲ ਇੱਥੇ ਚਰਨਾਂ ਵਿੱਚ ਰੱਖਿਆ, ਪਰ ਸੇਵਾ ਨਹੀਂ ਦਿੱਤੀ। 4-5 ਮਹੀਨੇ ਬਾਅਦ ਘਰ ਜਾਣ ਦੀ ਆਗਿਆ ਦੇਣੀ, ਬਚਨ ਕਰਨਾ, ਘਰ ਗੇੜਾ ਮਾਰ ਕੇ ਆਓ, ਸਾਰਾ ਕਿਰਾਇਆ ਭਾੜਾ ਕੋਲੋਂ ਦੇਣਾ, ਮਾਤਾ ਪਿਤਾ ਦੇ ਘਰ ਜਾਣਾ, 1 ਜਾਂ 2 ਦਿਨ ਰਹਿ ਕੇ ਫਿਰ ਚਰਨਾਂ ਵਿੱਚ ਹਾਜ਼ਰ ਹੋ ਜਾਣਾ। ਕੰਚਨ ਕਾਇਆ ਕਸੀਐ, ਵੰਨੀ ਚੜੇ ਚੜਾਓ। ਸੋਨੇ ਤੇ ਚਾਂਦੀ ਨੂੰ ਬਾਰ-ਬਾਰ ਢਾਲ ਕੇ ਸੁੱਧ ਕਰੀਦਾ ਹੈ। ਜਿਸ ਸਮੇਂ ਸੁੱਧ ਹੋ ਜਾਂਦਾ ਹੈ, ਫਿਰ ਦੁਬਾਰਾ ਇਸ ਨੂੰ ਉਸ ਸਮੇਂ ਹੀ ਹੱਥ ਲਾਉਣਾ ਜਦੋਂ ਇਸ ਦਾ ਗਹਿਣਾ ਆਦਿਕ ਬਣਾਉਣਾ ਨਹੀਂ, ਤਾਂ ਖਜ਼ਾਨੇ ਵਿੱਚ ਸ਼ੁੱਧ ਰੂਪ ਹੋ ਕੇ ਟਿਕਿਆ ਰਹਿੰਦਾ ਹੈ। ਜੇ ਹੋਵੇ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਓ। ਗੁਰਵਾਕ ਹੈ। ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਸੇਵਾ ਵਿੱਚ ਜੋ ਵੀ ਪ੍ਰੇਮੀ ਆਇਆ, ਜੋ ਹੁਕਮ ਹੋਵੇ ਮੰਨਣਾ, ਉਸ ਉੱਤੇ ਕਿੰਤੂ ਪਰੰਤੂ ਕੁਝ ਨਹੀਂ ਕਰਨਾ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੰਥਾ ਜਾਏ। ਇਹ ਸਭ ਸੇਵਾਦਾਰਾਂ ਲਈ ਜ਼ਰੂਰੀ ਹੁੰਦਾ ਸੀ। ਪੰਡਤ ਸ੍ਰੀ ਰਾਮ ਸਿੰਘ ਜੀ ਹਜ਼ੂਰੀ ਸੇਵਾ ਵਿੱਚ ਤਤਪਰ ਸਨ। ਇੱਕ ਵਾਰ ਇਹਨਾਂ ਨੂੰ ਹੁਕਮ ਹੋਇਆ, ਪੁੱਛੋ ਪਿੰਡ ਵਿੱਚ ਲੰਗਰ ਵਿੱਚ ਸੇਵਾ ਕਰਕੇ ਆਇਆ ਕਰੋ। ਸੇਵਾ ਇੱਥੇ ਡੇਰੇ ਵਿੱਚ ਵੀ ਸਾਰੀ ਕਰਨੀ। ਇੱਥੋਂ ਸੇਵਾ ਕਰਕੇ ਆਗਿਆ ਲੈ ਕੇ ਸੇਵਾ ਲੰਗਰ ਵਿੱਚ ਜਾ ਕੇ ਕਰਨੀ। ਉਪਰੰਤ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ। ਪੁੱਛੋ ਕਲਾ, ਜਿਸ ਨੂੰ ਪੱਕੀ ਪੁੱਛੋ ਵੀ ਆਖਦੇ ਹਨ, ਇੱਥੇ ਬੀਬੀ ਕਰਮ ਕੌਰ ਜੀ ਦੇ ਚੁੱਲ੍ਹੇ ਹਨ। ਪੰਡਤ ਸ੍ਰੀ ਰਾਮ ਸਿੰਘ ਜੀ ਨੇ ਕੁਝ ਸਮਾਂ ਸੇਵਾ ਕੀਤੀ। 2 ਥਾਵਾਂ ਉੱਤੇ ਪੂਰੀ ਸੇਵਾ ਕਰਨੀ ਹੈ ਤਾਂ ਮੁਸ਼ਕਿਲ ਕੰਮ, ਪਰੰਤੂ ਮਰ ਜੀਵੜੇ ਗੁਰਮੁਖ ਇਸ ਤਰ੍ਹਾਂ ਦੀ ਗਾਖੜੀ ਸੇਵਾ ਕਰ ਜਾਂਦੇ ਹਨ। ਮਹਾਂਪੁਰਖਾਂ ਨੇ ਸੇਵਕ ਦਾ ਮਨ ਵੇਖਣਾ ਹੁੰਦਾ ਹੈ। ਜੇ ਮਨ ਸਤ ਬਚਨ ਕਰਦਾ ਹੈ ਤਾਂ ਸੇਵਾ ਸਫਲ ਹੈ। ਸੋ ਇਸ ਪ੍ਰੀਖਿਆ ਵਿੱਚ ਪੰਡਤ ਸ੍ਰੀ ਰਾਮ ਸਿੰਘ ਜੀ ਸਫਲ ਹੋਏ। ਇੱਕ ਵਾਰ ਸ੍ਰੀ ਹਜ਼ੂਰ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਬਚਨ ਕੀਤਾ। ਸੰਤ ਕੇਸਰ ਸਿੰਘ ਜੀ, ਜੋ ਬੜੇ ਲੰਮੇ ਅਰਸੇ ਤੋਂ ਬਾਬਾ ਜੀ ਪਾਸ ਰਹਿੰਦੇ ਸਨ, ਬਹੁਤ ਭਜਨ ਸਿਮਰਨ ਕਰਨ ਵਾਲੇ ਸਨ। ਇਹਨਾਂ ਦਾ ਪ੍ਰਸੰਗ ਪਿਛਲੇ ਪਾਸੇ ਵਿੱਚ ਆ ਚੁੱਕਾ ਹੈ। ਕੇਸਰ ਸਿੰਘ ਨੂੰ ਸੰਬੋਧਨ ਕਰਕੇ ਬਾਬਾ ਜੀ ਨੇ ਬਚਨ ਕੀਤਾ, ਕੇਸਰ ਕਸਤੂਰੀ ਤੇਰੀ ਬੰਦਗੀ ਹੋਈ ਪੂਰੀ, ਜੋ ਮੰਗਣਾ ਹੈ ਮੰਗ ਲੈ। ਇਹ ਬਚਨ ਕਈ ਵਾਰ ਬਾਬਾ ਜੀ ਨੇ ਕੀਤਾ, ਪਰੰਤੂ ਹਰ ਵਾਰ ਸੰਤ ਕੇਸਰ ਸਿੰਘ ਜੀ ਇਹੋ ਬੇਨਤੀ ਕਰ ਦਿੰਦੇ, ਗਰੀਬ ਨਵਾਜ਼, ਮੈਨੂੰ ਤਾਂ ਕਿਸੇ ਵਸਤੂ ਦੀ ਲੋੜ ਨਹੀਂ, ਮੇਰੀਆਂ ਲੋੜਾਂ ਸਭ ਤੁਸੀਂ ਪੂਰੀਆਂ ਕਰ ਦਿੱਤੀਆਂ ਹਨ। ਪੰਡਤ ਸ੍ਰੀ ਰਾਮ ਸਿੰਘ ਜੀ ਵੱਲ ਇਸ਼ਾਰਾ ਕਰਕੇ ਬਚਨ ਕਰਨਾ, ਇਹ ਜੋ ਕੁਝ ਮੰਗਦਾ ਹੈ ਇਸ ਨੂੰ ਬਖਸ਼ ਦਿਓ, ਇਸ ਉੱਪਰ ਮਿਹਰ ਕਰਨੀ। ਉਪਰੰਤ ਬਾਬਾ ਜੀ ਨੇ ਬਚਨ ਕਰਨਾ, ਸ਼ੁੱਧ ਹੈ। ਸੋ ਇਸ ਤਰ੍ਹਾਂ ਪੰਡਤ ਸ੍ਰੀ ਰਾਮ ਸਿੰਘ ਜੀ ਉੱਪਰ ਸਮੇਂ ਅਨੁਸਾਰ ਮਿਹਰਾਂ ਹੁੰਦੀਆਂ ਰਹੀਆਂ। ਤੇਰਾ ਹੁਕਮ ਭਲਾ ਤੁਧ ਭਾਵੇ। ਜੋ ਹੁੰਦਾ ਹੈ ਕਿਸੇ ਰੱਬੀ ਪ੍ਰੇਰਣਾ ਅਨੁਸਾਰ ਹੁੰਦਾ ਹੈ। ਹੁਕਮ ਨਾਲ ਹੀ ਮਹਾਂਪੁਰਖ ਸਭ ਕੁਝ ਕਰਦੇ ਹਨ। ਜੋ ਹੁਕਮ ਹੈ ਉਹ ਨਿਰੰਕਾਰ ਦਾ ਹੁੰਦਾ ਹੈ, ਪਰੰਤੂ ਵਰਤਦਾ ਕਿਸੇ ਮਹਾਂਪੁਰਖ ਦੇ ਰਾਹੀਂ ਹੈ। ਜਾਂ ਮਹਾਂਪੁਰਖ ਦੀ ਰਸਨਾ ਤੋਂ ਨਿਕਲੇ, ਜਾਂ ਉਹਨਾਂ ਦੇ ਕਿਸੇ ਇਸ਼ਾਰੇ ਮਾਤਰ ਉਹਨਾਂ ਦਾ ਵਰਤਾਓ ਹੋਵੇ।
ਬਾਬਾ ਜੀ ਦੇ ਬਚਨ ਅਨੁਸਾਰ ਕੋਠੀ ਮਹਾਰਾਣੀ ਦਲੀਪ ਕੌਰ ਨੇ ਸੰਪੂਰਨ ਕਰ ਦਿੱਤੀ, ਪਰੰਤੂ ਬਾਬਾ ਜੀ ਨੇ ਆਪਣਾ ਆਸਣ ਇਸ ਕੋਠੀ ਵਿੱਚ ਨਹੀਂ ਲਾਇਆ। ਇੱਕ ਵਾਰੀ ਵੀ ਕੋਠੀ ਵਿੱਚ ਚਰਨ ਨਹੀਂ ਪਾਏ। ਪਿੱਛੇ ਪਾਠਕ ਪੜ੍ਹ ਚੁੱਕੇ ਹਨ। ਕਈ ਵਾਰ ਸੰਗਤ ਨੇ ਬੇਨਤੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਈਏ, ਪਰੰਤੂ ਬਾਬਾ ਜੀ ਨੇ ਹੁਕਮ ਨਹੀਂ ਸੀ ਦਿੱਤਾ। ਜਦੋਂ ਕੋਠੀ ਬਣ ਗਈ ਤਾਂ ਇੱਕ ਵਾਰ ਫਿਰ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਰੱਖੀਏ। ਬਾਬਾ ਜੀ ਨੇ ਤਤਕਾਲ ਹੀ ਮਨਜ਼ੂਰੀ ਦੇ ਦਿੱਤੀ। ਹੁਕਮ ਕੀਤਾ 5 ਸਿੱਖ ਜਾ ਕੇ ਸ੍ਰੀ ਅੰਮ੍ਰਿਤਸਰ ਤੋਂ ਲੈ ਆਓ। ਜਿਸ ਵਕਤ ਬੇਨਤੀ ਕੀਤੀ ਕਿ 5 ਸਿੱਖ ਕਿਹੜੇ ਹਨ, ਨਾਮ ਦੱਸੋ। ਉਪਰੰਤ ਬਾਬਾ ਜੀ ਨੇ 5 ਹੇਠ ਲਿਖੇ ਨਾਮ ਦੱਸੇ। ਭਾਈ ਹਰਚੰਦ ਸਿੰਘ ਬੀਬੀ ਕਾ, ਭਾਈ ਚੰਦਾ ਸਿੰਘ, ਮੁਨਸ਼ੀ ਹਰਦੇਤ ਸਿੰਘ, ਭਾਈ ਰਤਨ ਸਿੰਘ ਡਰੋਲੀ। ਇੱਕ ਨਾਮ ਦਾਸ ਨੂੰ ਵਿਸਰ ਗਿਆ ਹੈ। ਤੁਰਨ ਸਮੇਂ ਬੜੀ ਸਖਤ ਸਿੱਖਿਆ ਦਿੱਤੀ। ਸ੍ਰੀ ਅੰਮ੍ਰਿਤਸਰ ਪਹੁੰਚ ਕੇ ਪਹਿਲਾਂ ਹਰਿਮੰਦਰ ਸਾਹਿਬ ਪਹੁੰਚ ਕੇ ਇਸ਼ਨਾਨ ਕਰਨਾ, ਫਿਰ ਉੱਥੇ ਦੇਗ ਕਰਵਾਉਣੀ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵਾਸਤੇ ਅਰਦਾਸ ਕਰਨੀ। ਫਿਰ ਬਾਜ਼ਾਰ ਵਿੱਚੋਂ ਸਤਿਗੁਰ ਦਾ ਸਰੂਪ ਲੈ ਕੇ ਇੱਕ ਘੜਿਆਲ ਲੈ ਕੇ ਡੂੜੇ ਕਿਰਾਏ ਵਾਲੀ ਸੀਟ ਉੱਤੇ ਸਤਿਗੁਰ ਬਿਠਾ ਕੇ ਆਪ ਸੀਟ ਤੋਂ ਭੁੰਜੇ ਲੀੜਾ ਵਿਛਾ ਕੇ ਫਰਸ਼ 'ਤੇ ਬੈਠ ਕੇ ਬਾਣੀ ਪੜ੍ਹਦਿਆਂ ਨੇ ਬਠਿੰਡਾ ਤੋਂ ਇੱਥੇ ਭੁੱਚੋ ਤੱਕ ਆਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਪੜ੍ਹਨ ਦਾ ਕਈ ਗੁਣਾ ਵੱਧ ਫਲ ਹੈ। ਇਉਂ ਸਾਰੀ ਮਰਿਆਦਾ ਸਮਝਾ ਕੇ 5 ਸਿੰਘ ਅੰਮ੍ਰਿਤਸਰ ਤੋਰ ਦਿੱਤੇ। ਉਪਰੰਤ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਏ। ਜਿਸ ਵੇਲੇ ਘੜਿਆਲ ਦੀ ਆਵਾਜ਼ ਬਾਬਾ ਜੀ ਤੱਕ ਪਹੁੰਚੀ, ਹਜ਼ੂਰ ਆਪਣੇ ਆਸਣ ਉੱਤੇ ਉੱਠ ਖਲੋਤੇ। ਇਤਨੇ ਨੂੰ 5 ਸੇਵਾਦਾਰ ਡੇਰੇ 'ਤੇ ਪਹੁੰਚ ਗਏ ਤਾਂ ਬਾਬਾ ਜੀ ਨੇ ਉਧਰ ਨੂੰ ਮੁੱਖ ਕਰਕੇ ਨਮਸਕਾਰ ਕੀਤੀ। ਇਉਂ ਕੋਠੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਥਾਨ ਕੀਤਾ। ਜਿਸ ਸਮੇਂ ਸਤਿਗੁਰ ਦੀ ਸੇਵਾ ਆਦਿਕ ਕਰਨ ਲਈ ਬੇਨਤੀ ਕਰਕੇ ਆਗਿਆ ਮੰਗੀ ਤਾਂ ਹੁਕਮ ਕੀਤਾ ਸਮਾਂ ਨੇੜੇ ਹੀ ਹੈ, ਇਹਨਾਂ ਦੀ ਸੇਵਾ ਕਰਨ ਵਾਲਾ ਪ੍ਰਗਟ ਹੋਣ ਵਾਲਾ ਹੈ। ਬੇਅੰਤ ਸੇਵਾ ਕਰੇਗਾ ਅਤੇ ਕਰਾਵੇਗਾ। ਅਜੇ ਉਹ ਮਹਾਂਪੁਰਖ ਗੁਪਤ ਹੈ। ਇਹ ਇਸ਼ਾਰਾ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਵੱਲ ਸੀ। ਬਾਬਾ ਆਨੰਦ ਸਿੰਘ ਜੀ ਸਮੇਂ-ਸਮੇਂ ਅਨੁਸਾਰ ਸਭ ਬਿਹੰਗਮਾਂ ਪਾਸੋਂ ਸੇਵਾ ਕਰਾਉਂਦੇ ਰਹੇ, ਜਿਵੇਂ ਭਾਈ ਸੰਤਾ ਸਿੰਘ ਹੈੱਡ ਰਾਗੀ, ਭਾਈ ਰਤਨ ਸਿੰਘ ਡਰੋਲੀ ਤੇ ਬਾਬਾ ਹਜ਼ੂਰ ਸਿੰਘ ਅਤੇ ਹੋਰ ਵੀ ਕਈ ਸਿੰਘ ਜਿਸ ਨੂੰ ਵੀ ਚਾਹੁੰਦੇ ਸੇਵਾ ਵਿੱਚ ਲਾ ਲੈਂਦੇ ਸਨ। ਇਸ ਸਮੇਂ ਸੰਤ ਕੁੰਦਨ ਸਿੰਘ ਜੀ ਸੇਵਾ ਕਰਾ ਰਹੇ ਹਨ। ਇਹ ਪ੍ਰਸੰਗ ਭਾਈ ਰਤਨ ਸਿੰਘ ਡਰੋਲੀ ਤੋਂ ਮਿਲਿਆ। ਡਰਪੇ ਧਰਤ ਆਕਾਸ਼ ਨਖਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰਪੇ, ਡਰਪੇ ਇੰਦਰ ਵਿਚਾਰਾ। ਬਾਬਾ ਜੀ ਦੇ ਸਮੇਂ ਬਹੁਤ ਮਾਸ ਪਏ ਹੁੰਦੇ ਸਨ। ਜੇ ਕਿਸੇ ਸਮੇਂ ਕਿਸੇ ਨੇ ਨਗਰ ਵਿੱਚੋਂ ਆ ਕੇ ਬੇਨਤੀ ਕਰਨੀ, ਮਹਾਰਾਜ ਮੀਂਹ ਦੀ ਲੋੜ ਹੈ ਜਾਂ ਹਵਾ ਚਲਾਓ, ਤਾਂ ਹੁਕਮ ਕਰਕੇ ਕੋਈ ਬਾਂਸ ਜਿੱਥੇ ਹੁਕਮ ਦੇਣਾ ਉੱਥੇ ਰੱਖ ਦੇਣਾ, ਤਾਂ ਲੋੜ ਅਨੁਸਾਰ ਬਾਰਿਸ਼ ਹਵਾ ਆਦਿਕ ਚੱਲ ਪੈਂਦੀ ਸੀ। ਫਿਰ ਹੁਕਮ ਨਾਲ
ਉੱਥੋਂ ਚੁੱਕ ਕੇ ਦੂਜੇ ਥਾਂ ਰੱਖਣ ਨਾਲ ਬਾਰਿਸ਼ ਹਵਾ ਬੰਦ ਹੋ ਜਾਂਦੀ ਸੀ। ਇੱਕ ਵਾਰ ਸਾਵਣ ਭਾਦਰੋਂ ਦੇ ਮਹੀਨੇ ਹਵਾ ਬੰਦ ਸੀ। ਹਵਾ ਬੰਦ ਹੋਣ ਕਰਕੇ ਸਭ ਜੀ ਜੰਤ ਬੜੇ ਦੁਖੀ ਸਨ। ਕਿਸੇ ਨੇ ਨਗਰ ਵਿੱਚੋਂ ਬੇਨਤੀ ਕੀਤੀ ਕਿ ਮਹਾਰਾਜ, ਹਵਾ ਜਮਾਂ ਹੀ ਬੰਦ ਹੈ, ਕੁਝ ਕਿਰਪਾ ਕਰੋ। ਤਾਂ ਬਾਬਾ ਜੀ ਨੇ ਬਚਨ ਕੀਤਾ, ਹਨੇਰੀ ਚਲਾ ਦਈਏ। ਉਸ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ, ਇਸ ਗੁੰਮ ਨਾਲੋਂ ਤਾਂ ਹਨੇਰੀ ਚੰਗੀ ਹੈ। ਹਜੂਰ ਨੇ ਹੁਕਮ ਕੀਤਾ, ਫਿਰ ਇਉਂ ਕਰੋ, ਆਹ ਜਿਹੜੀ ਲੋਟੀ ਟਿੱਲੇ ਉੱਤੇ ਪਈ ਹੈ, ਇਸ ਦਾ ਮੂੰਹ ਪਹਾੜ ਵੱਲ ਕਰ ਦਿਓ। ਹੁਕਮ ਅਨੁਸਾਰ ਕਰਨ ਦੀ ਦੇਰ ਸੀ ਕਿ ਕੁਝ ਮਿੰਟਾਂ ਦੇ ਅੰਦਰ ਅੰਦਰ ਇਤਨੀ ਜ਼ੋਰਦਾਰ ਹਵਾ ਚੱਲੀ ਤੇ ਨਾਲ ਠੰਡ ਹੋ ਗਈ। ਜਿੱਥੇ ਅੱਗੇ ਸਰੀਰ ਉੱਪਰ ਕੱਪੜਾ ਨਹੀਂ ਸੀ ਰੱਖਿਆ ਜਾਂਦਾ, ਠੰਡੀ ਹਵਾ ਚੱਲਣ ਕਰਕੇ ਲੋਕਾਂ ਨੇ ਚਾਦਰਾਂ ਦੀਆਂ ਬੁੱਕਲਾਂ ਮਾਰੀਆਂ। ਉਸ ਸਮੇਂ ਬਾਬਾ ਬੁੱਧ ਸਿੰਘ ਢਿੱਲੋਂ ਹਜੂਰ ਦੇ ਚਰਨਾਂ ਵਿੱਚ ਬੈਠਾ ਸੀ। ਉਸਨੇ ਬੇਨਤੀ ਕੀਤੀ, ਮਹਾਰਾਜ, ਹੁਣ ਬਸ ਕਰੋ, ਬਹੁਤ ਹਵਾ ਚੱਲਦੀ ਹੈ, ਅੱਖਾਂ ਵਿੱਚ ਮਿੱਟੀ ਪੈਂਦੀ ਹੈ, ਤੁਰਿਆ ਨਹੀਂ ਜਾਂਦਾ। ਨਾਲ ਹੀ ਬਾਬੇ ਬੁੱਧ ਸਿੰਘ ਢਿੱਲੋਂ ਨੇ ਬੇਨਤੀ ਕੀਤੀ, ਮਹਾਰਾਜ, ਉਸ ਲੋਟੇ ਦਾ ਮੂੰਹ ਜਿਹੜਾ ਹੁਕਮ ਅਨੁਸਾਰ ਪਹਾੜ ਵੱਲ ਕੀਤਾ ਹੈ, ਉਸ ਦਾ ਮੂੰਹ ਦੂਜੇ ਪਾਸੇ ਕਰ ਦਿਆਂ। ਬਾਬਾ ਜੀ ਨੇ ਬਚਨ ਕੀਤਾ, ਬੁੱਧ ਸਿਆਂ, ਇਹਨਾਂ ਲੋਟਾਂ ਜਾਂ ਬਾਂਸਾਂ ਵਿੱਚ ਕੁਝ ਨਹੀਂ, ਜੋ ਕੁਝ ਹੈ ਹੁਕਮ ਵਿੱਚ ਹੈ। ਹੁਕਮ ਨਾਲ ਹੀ ਹਵਾ ਚੱਲੀ ਹੈ, ਹੁਕਮ ਨਾਲ ਹੀ ਬੰਦ ਹੁੰਦੀ ਹੈ। ਕਿਸੇ ਸਮੇਂ ਲੋਟ ਜਾਂ ਬਾਂਸਾਂ ਬਦਲੇ ਨਾ ਲੜਿਓ। ਗੁਰੂ ਨਾਨਕ ਦੀ ਕਿਰਪਾ ਨਾਲ ਸਭ ਕੁਝ ਹੁਕਮ ਵਿੱਚ ਹੈ। ਇੱਕ ਬਾਬਾ ਬੁੱਧ ਸਿੰਘ ਢਿੱਲੋਂ ਦੇ ਪੋਤਰੇ ਗੁਲਵੰਤ ਸਿੰਘ ਨੇ ਦੱਸਿਆ ਕਿ ਇੱਥੇ ਇੱਕ ਵਣ ਦਾ ਦਰਖਤ ਹੁੰਦਾ ਸੀ। ਉਹ ਵਣ ਵਿੱਚੋਂ ਪੋਲਾ ਹੋਣ ਕਰਕੇ ਉਸ ਵਿੱਚ ਇੱਕ ਖੁੱਡ ਸੀ। ਉਸ ਖੁੱਡ ਵਿੱਚ ਇੱਕ ਘੁੱਗੂ ਰਹਿੰਦਾ ਸੀ। ਉਸ ਵਣ ਦੇ ਮੁੱਢ ਨਾਲ ਬਾਬਾ ਜੀ ਦੇ ਹੁਕਮ ਅਨੁਸਾਰ ਇੱਕ ਮਿੱਟੀ ਦਾ ਪਿਆਲਾ ਪਾਣੀ ਦਾ ਭਰ ਕੇ ਰੱਖਿਆ ਹੁੰਦਾ ਸੀ। ਹੁਕਮ ਨਾਲ ਹੀ ਉੱਥੇ ਕੁਝ ਦਾਣੇ ਖਿਲਾਰ ਕੇ ਰੱਖੇ ਜਾਂਦੇ ਸਨ। ਉਹ ਵਣ ਦੀ ਖੁੱਡ ਵਿੱਚੋਂ ਬਾਹਰ ਆ ਕੇ ਦਾਣੇ ਚੁਗ ਲੈਂਦਾ ਅਤੇ ਪਾਣੀ ਪੀ ਕੇ ਮੁੜ ਕੇ ਖੁੱਡ ਵਿੱਚ ਹੀ ਵੜ ਕੇ ਬੈਠ ਜਾਂਦਾ ਸੀ। ਬਾਬਾ ਜੀ ਨੇ ਘੁੱਗੂ ਦਾ ਨਾਮ ਅਲਫਾ ਰੱਖਿਆ ਸੀ। ਨੰਬਰ 2, ਜਿੱਥੇ ਇਨਸਾਨ ਦੀ ਸੋਚ ਅਤੇ ਸਮਝ ਕੰਮ ਨਹੀਂ ਕਰਦੀ, ਕਦੇ ਬਾਬਾ ਜੀ ਨੇ ਹੁਕਮ ਕਰਨਾ, ਚੰਗਾ ਜੇ ਹਵਾ ਦੀ ਲੋੜ ਹੈ ਤਾਂ ਅਲਫੇ ਨੂੰ ਆਖ ਦਿੰਦੇ ਹਾਂ, ਪੱਖਾ ਚਲਾ ਦੇਊਗਾ। ਨਾਲ ਹੀ ਹੁਕਮ ਕਰਨਾ, ਅਲਫਾ ਹਵਾ ਦੀ ਲੋੜ ਹੈ, ਪੱਖਾ ਚਲਾ ਦੇ। ਘੁੱਗੂ ਨੇ ਬੋਲਣਾ ਸ਼ੁਰੂ ਕਰ ਦੇਣਾ, ਹਵਾ ਚੱਲ ਪੈਣੀ। ਜਿਤਨੀ ਦੇਰ ਹਵਾ ਚੱਲਣੀ, ਘੁੱਗੂ ਨੇ ਬੋਲਦੇ ਰਹਿਣਾ। ਜਦੋਂ ਹੁਕਮ ਦੇ ਕੇ ਘੁੱਗੂ ਨੂੰ ਚੁੱਪ ਕਰਾਉਣਾ ਤੇ ਹਵਾ ਵੀ ਬੰਦ ਹੋ ਜਾਣੀ। ਕਈ ਵਾਰ ਇਉਂ ਵੀ ਹੁੰਦਾ ਸੀ। ਬੇਅੰਤ ਖੇਡ ਸੀ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਦੀ। ਕਰਤੇ ਪੁਰਖ ਨਾਲ ਅਭੇਦ ਹੋ ਕੇ ਸਾਰੇ ਖੰਡਾਂ ਵਿੱਚ, ਬ੍ਰਹਮੰਡਾਂ ਵਿੱਚ ਹੁਕਮ ਚਲਾਉਂਦੇ ਸਨ। ਜਿਵੇਂ ਬਾਣੀ ਵਿੱਚ ਫਰਮਾਨ ਹੈ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਸਿਉ ਬਸਿਓ, ਅਥਵਾ ਪ੍ਰਭ ਜੀ ਬਸੇ ਸਾਧ ਕੀ ਰਸਨਾ। ਇਹ ਪ੍ਰਸੰਗ ਗੁਲਵੰਤ ਸਿੰਘ ਪਾਸੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।